ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬरुण ਕੌਰ ਮਾਨ। ਖਬਰਾਂ ਦੇ ਬ੍ਰਿਟਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਨੇ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ 'ਚ ਭਾਰਤੀਆਂ ਲਈ ਖੁਸ਼ਖਬਰੀ। H1B ਵੀਜ਼ਾ ਧਾਰਕਾਂ ਦੇ ਪਤੀ ਪਤਨੀ ਵੀ ਕਰ ਸਕਣਗੇ ਕੰਮ। ਅਮਰੀਕਾ ਨਾਲ ਲੱਗਦੀ ਕੈਨੇਡਾ ਸਰਹੱਦ ਨੇੜਿਓਂ ਮਿਲੀਆਂ 6 ਲਾਸ਼ਾਂ, ਜਾਂਚ ਜਾਰੀ। ਅਮਰੀਕਾ ਨੇ ਰੂਸ ਵਿੱਚ ਰਹਿ ਰਹੇ ਅਮਰੀਕੀਆਂ ਨੂੰ ਤੁਰੰਤ ਦੇਸ਼ ਛੱਡਣ ਦੀ ਕੀਤੀ ਅਪੀਲ। ਟਰੰਪ ਨੂੰ ਕਰ ਦਿੱਤਾ ਗਿਆ ਦੋਸ਼ੀ ਕਰਾਰ। ਅਮਰੀਕਾ ਦੇ ਸੂਬੇ ਇੰਡੀਆਨਾ 'ਚ 5 ਸਾਲਾ ਬੱਚੇ ਨੇ 16 ਮਹੀਨਿਆਂ ਦੇ ਭਰਾ ਨੂੰ ਮਾਰੀ ਗੋਲੀ ਤੇ ਹੋਈ ਮੌਤ। ਅਮਰੀਕੀ ਫੌਜ ਦੇ 2 ਬਲੈਕ ਹਾਕ ਹੈਲੀਕਾਪਟਰ ਕ੍ਰੈਸ਼, 9 ਫੌਜੀਆਂ ਦੀ ਮੌਤ। ਅਮਰੀਕਾ 'ਚ ਭਾਰਤੀ ਨੌਜਵਾਨ ਦਾ ਦਿਲ ਦਾ ਦੌਰਾ ਪੈਣ ਦੇ ਨਾਲ ਦੇਹਾਂਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅਮਰੀਕਾ ਦੇ ਸੌਫਟਵੇਅਰ ਖੇਤਰ 'ਚ ਕੰਮ ਕਰਨ ਵਾਲੇ ਵਿਦੇਸ਼ੀ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਇੱਕ ਜੱਜ ਨੇ ਫੈਸਲਾ ਸੁਣਾਇਆ ਹੈ ਕਿ H1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਅਮਰੀਕਾ 'ਚ ਕੰਮ ਕਰ ਸਕਦੇ ਨੇ। ਅਮਰੀਕੀ ਜ਼ਿਲ੍ਹਾ ਜੱਜ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੇ ਨਿਯਮਾਂ ਨੂੰ ਰੋਕਣ ਦੇ ਲਈ ਸੇਵ ਜੌਬਜ਼ USA ਦੁਆਰਾ ਦਾਇਰ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਇਸ ਨਿਯਮ ਦੇ ਤਹਿਤ H1B ਵੀਜ਼ਾ ਧਾਰਕਾਂ ਦੀਆਂ ਕੁਝ ਸ਼੍ਰੇਣੀਆਂ ਦੇ ਜੀਵਨ ਸਾਥੀ ਨੂੰ ਰੁਜ਼ਗਾਰ ਅਧਿਕਾਰ ਕਾਰਡ ਜਾਰੀ ਕਰ ਦਿੱਤੇ ਜਾਂਦੇ ਨੇ। ਐਮਾਜ਼ੋਨ, ਐਪਲ, ਗੂਗਲ ਅਤੇ ਮਾਈਕਰੋਸਾਫਟ ਵਰਗੀਆਂ ਟੈਕਨੋਲੋਜੀ ਕੰਪਨੀਆਂ ਨੇ ਮੁਕੱਦਮੇ ਦਾ ਵਿਰੋਧ ਕੀਤਾ। ਇਸ ਨਿਯਮ ਦੇ ਤਹਿਤ ਅਮਰੀਕਾ ਨੇ ਹੁਣ ਤੱਕ ਲਗਭਗ 1 ਲੱਖ H1B ਕਰਮਚਾਰੀਆਂ ਦੇ ਜੀਵਨ ਸਾਥੀਆਂ ਨੂੰ ਕੰਮ ਦੇ ਅਧਿਕਾਰ ਦਿੱਤੇ ਨੇ, ਜਿਨ੍ਹਾਂ 'ਚੋਂ ਵੱਡੀ ਗਿਣਤੀ 'ਚ ਭਾਰਤੀ ਨੇ। ਤਾਨਿਆ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਸੇਵ ਜੌਬਜ਼ USA ਦੀ ਪਹਿਲੀ ਦਲੀਲ ਹੈ ਕਿ ਕਾਂਗਰਸ ਨੇ ਕਦੇ ਵੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੂੰ ਵਿਦੇਸ਼ੀ ਨਾਗਰਿਕਾਂ ਜਿਵੇਂ ਕਿ H4 ਵੀਜ਼ਾ ਧਾਰਕਾਂ ਨੂੰ ਅਮਰੀਕਾ 'ਚ ਕੰਮ ਕਰਨ ਦੀ ਆਗਿਆ ਦੇਣ ਦਾ ਅਧਿਕਾਰ ਨਹੀਂ ਦਿੱਤਾ। ਜੱਜ ਨੇ ਨੋਟ ਕੀਤਾ ਕਿ ਕਾਂਗਰਸ ਨੇ ਸਪਸ਼ਟ ਤੌਰ ਤੇ ਜਾਣਬੁੱਝ ਕੇ ਅਮਰੀਕੀ ਸਰਕਾਰ ਨੂੰ H4 ਜੀਵਨ ਸਾਥੀ ਦੇ ਅਮਰੀਕਾ ਵਿੱਚ ਰਿਹਾਇਸ਼ ਦੀ ਮਨਜ਼ੂਰਸ਼ੁਦਾ ਸ਼ਰਤ ਵਜੋਂ ਰੁਜ਼ਗਾਰ ਨੂੰ ਅਧਿਕਾਰਤ ਕਰਨ ਦੇ ਲਈ ਅਧਿਕਾਰਤ ਕੀਤਾ ਹੈ। ਕਮਿਸ਼ਨ ਦੇ ਮੈਂਬਰ ਅਜੇ ਪਟੋਰੀਆ, ਭਾਰਤੀ ਅਮਰੀਕੀ ਭਾਈਚਾਰੇ ਦੇ ਪ੍ਰਮੁੱਖ ਆਗੂ ਨੇ ਜੱਜ ਦੇ ਫੈਸਲੇ ਦਾ ਸਵਾਗਤ ਕੀਤਾ। ਅਮਰੀਕੀ ਕੰਪਨੀਆਂ H1B ਵੀਜ਼ਾ ਰਾਹੀਂ ਵਿਦੇਸ਼ੀ ਕਾਮਿਆਂ ਨੂੰ ਖਾਸ ਤੌਰ ਤੇ ਟੈਕਨੋਲੋਜੀ ਖੇਤਰ 'ਚ ਨੌਕਰੀ ਦਿੰਦੀਆਂ ਨੇ। ਮੰਨਿਆ ਜਾ ਰਿਹਾ ਕਿ ਇਸ ਫੈਸਲੇ ਦਾ ਵੱਡੀ ਗਿਣਤੀ 'ਚ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ। ਅਮਰੀਕਾ ਨਾਲ ਲੱਗਦੀ ਕਿਊਬਿਕ ਸਰਹੱਦ ਨੇੜੇ 6 ਲਾਸ਼ਾਂ ਮਿਲਣ ਮਗਰੋਂ ਸਰਹੱਦੀ ਪੁਲਿਸ ਹਰਕਤ ਵਿੱਚ ਆ ਗਈ ਹੈ। ਅਕਵੇਸਾਨੇ ਪੁਲਿਸ ਸਰਵਿਸ ਨੇ ਵੀਰਵਾਰ ਦੇਰ ਰਾਤ ਦੱਸਿਆ ਕਿ ਉਹ ਨਿਊਯਾਰਕ ਰਾਜ ਦੇ ਨਾਲ ਕੈਨੇਡਾ ਦੀ ਸਰਹੱਦ ਨੇੜੇ ਕਿਊਬੈਕ ਦੇ ਇੱਕ ਦਲਦਲੀ ਖੇਤਰ ਵਿੱਚ 6 ਲਾਸ਼ਾਂ ਦੀ ਖੋਜ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਉਹ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਪੋਸਟਮਾਰਟਮ ਅਤੇ ਟੌਕਸੀਕੋਲੋਜੀ ਟੈਸਟਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਉਹ ਅਜੇ ਵੀ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਕੈਨੇਡਾ ਵਿੱਚ ਉਹਨਾਂ ਦੀ ਸਥਿਤੀ ਹੈ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਉਹ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀ ਸਨ। ਪੁਲਿਸ ਨੇ ਸੋਸ਼ਲ ਮੀਡੀਆ ਤੇ ਇੱਕ ਬਿਆਨ 'ਚ ਕਿਹਾ ਕਿ ਪਹਿਲੀ ਲਾਸ਼ ਸ਼ਾਮ 5 ਵਜੇ ਦੇ ਕਰੀਬ ਇੱਕ ਦਲਦਲ ਖੇਤਰ 'ਚ ਮਿਲੀ। ਫਿਲਹਾਲ ਇਸ ਸਮੇਂ ਜਨਤਾ ਨੂੰ ਕੋਈ ਖਤਰਾ ਨਹੀਂ ਹੈ। ਪਿਛਲੇ ਮਹੀਨੇ ਅਕਵੇਸਨੇ ਪੁਲਿਸ ਸੇਵਾ ਅਤੇ ਸੈਂਟ ਕਬਾਇਲੀ ਪੁਲਿਸ ਨੇ ਜ਼ਮੀਨ ਅਤੇ ਜਲ ਮਾਰਗਾਂ ਰਾਹੀਂ ਗੈਰ ਕਾਨੂੰਨੀ ਪ੍ਰਵੇਸ਼ਾਂ 'ਚ ਇੱਕ ਤਾਜ਼ਾ ਵਾਧਾ ਦਰਜ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਕਿ ਕੁਝ ਪ੍ਰਵਾਸੀਆਂ ਨੂੰ ਹਸਪਤਾਲ ਦਾਖਲ ਕਰਨ ਦੀ ਲੋੜ ਹੈ। ਜਨਵਰੀ ਵਿੱਚ ਫੋਰਸ ਨੇ ਨੋਟ ਕੀਤਾ ਕਿ ਮਨੁੱਖੀ ਤਸਕਰੀ ਦੇ ਵਿੱਚ ਸ਼ਾਮਲ ਲੋਕਾਂ ਨੇ ਖੇਤਰ ਵਿੱਚ ਸੇਂਟ ਨਦੀ ਦੇ ਨਾਲ-ਨਾਲ ਕਿਨਾਰਿਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ। US ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਹਫ਼ਤੇ ਇੱਕ ਇਮੀਗ੍ਰੇਸ਼ਨ ਸਮਝੌਤੇ ਵਿੱਚ ਇੱਕ ਕਮੀਆਂ ਨੂੰ ਦੂਰ ਕਰਨ ਦੇ ਲਈ ਇੱਕ ਯੋਜਨਾ ਦਾ ਐਲਾਨ ਕੀਤਾ, ਜਿਸ ਨਾਲ ਹਜ਼ਾਰਾਂ ਪਨਾਹ ਮੰਗਣ ਵਾਲੇ ਪ੍ਰਵਾਸੀਆਂ ਨੂੰ ਨਿਊਯਾਰਕ ਰਾਜ ਨੂੰ ਕਿਊਬਿਕ ਦੇ ਨਾਲ ਜੋੜਨ ਵਾਲੀ ਇੱਕ ਪਿਛਲੀ ਸੜਕ ਦੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਜਾਣ ਦੀ ਆਗਿਆ ਦਿੱਤੀ ਗਈ ਸੀ। ਉਸ ਤੋਂ ਲਗਭਗ 105 ਕਿਲੋਮੀਟਰ ਪੂਰਬ ਦੇ ਵਿੱਚ ਇੱਕ ਗੈਰ ਕਾਨੂੰਨੀ ਬਾਰਡਰ ਕ੍ਰਾਸਿੰਗ ਪੁਆਇੰਟ ਨੂੰ ਬੰਦ ਕਰਨ ਵਾਲਾ ਸੌਦਾ ਸ਼ਨੀਵਾਰ ਨੂੰ ਲਾਗੂ ਹੋਇਆ। ਅਮਰੀਕੀ ਵਿਦੇਸ਼ ਵਿਭਾਗ ਦੇ ਸਕੱਤਰ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਰੂਸ ਵਿੱਚ ਰਹਿ ਰਹੇ ਅਮਰੀਕੀਆਂ ਨੂੰ ਤੁਰੰਤ ਦੇਸ਼ ਛੱਡਣ ਦੀ ਅਪੀਲ ਕੀਤੀ। ਟਵਿੱਟਰ ਤੇ ਬਲਿੰਕਨ ਨੇ ਕਿਹਾ, ਅਸੀਂ ਰੂਸ ਦੀ ਘੋਸ਼ਣਾ ਤੋਂ ਡੂੰਘੀ ਚਿੰਤਾ ਵਿੱਚ ਹਾਂ ਕਿ ਉਸਨੇ ਇੱਕ ਅਮਰੀਕੀ ਨਾਗਰਿਕ ਪੱਤਰਕਾਰ ਨੂੰ ਹਿਰਾਸਤ ਵਿੱਚ ਲਿਆ ਹੈ।
ਸਟੇਟ ਡਿਪਾਰਟਮੈਂਟ ਦੀ ਪ੍ਰਮੁੱਖ ਤਰਜੀਹ ਵਿਦੇਸ਼ ਵਿੱਚ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਹੈ। ਜੇਕਰ ਤੁਸੀਂ ਇੱਕ ਅਮਰੀਕੀ ਨਾਗਰਿਕ ਹੋ ਜਾਂ ਰੂਸ ਵਿੱਚ ਰਹਿ ਰਹੇ ਹੋ ਜਾਂ ਯਾਤਰਾ ਕਰ ਰਹੇ ਹੋ, ਕਿਰਪਾ ਕਰਕੇ ਤੁਰੰਤ ਚਲੇ ਜਾਓ। ਅਲ ਜਜ਼ੀਰਾ ਦੇ ਅਨੁਸਾਰ ਵਾਲ ਸਟਰੀਟ ਜਰਨਲ ਦੇ ਇੱਕ ਅਮਰੀਕੀ ਰਿਪੋਰਟ ਇਵਾਨ ਨੂੰ ਜਸੂਸੀ ਦੇ ਦੋਸ਼ ਵਿੱਚ ਰੂਸ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਇਹ ਟਿੱਪਣੀਆਂ ਆਈਆਂ। ਇੱਕ ਬਿਆਨ ਵਿੱਚ ਬਲਿੰਕਨ ਨੇ ਕਿਹਾ, ਅਸੀਂ ਰੂਸ ਦੁਆਰਾ ਇੱਕ ਅਮਰੀਕੀ ਨਾਗਰਿਕ ਪੱਤਰਕਾਰ ਦੀ ਵਿਆਪਕ ਹਿਰਾਸਤ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹਾਂ। ਅਸੀਂ ਇਸ ਸਥਿਤੀ ਤੇ ਵਾਲ ਸਟਰੀਟ ਜਰਨਲ ਨਾਲ ਸੰਪਰਕ ਵਿੱਚ ਹਾਂ। ਜਦੋਂ ਵੀ ਕਿਸੇ ਅਮਰੀਕੀ ਨਾਗਰਿਕ ਨੂੰ ਦੇਸ਼ ਵਿੱਚ ਹਿਰਾਸਤ 'ਚ ਲਿਆ ਜਾਂਦਾ ਹੈ ਤਾਂ ਅਸੀਂ ਤੁਰੰਤ ਕੌਂਸਲਰ ਪਹੁੰਚ ਦੀ ਮੰਗ ਕਰਦੇ ਹਾਂ ਅਤੇ ਹਰ ਢੁਕਵੀਂ ਸਹਾਇਤਾ ਪ੍ਰਦਾਨ ਕਰਨ ਦੀ ਉਮੀਦ ਕਰਦੇ ਹਾਂ। ਅਮਰੀਕਾ ਦੇ ਮੈਨਹਟਨ 'ਚ ਗ੍ਰੈਂਡ ਜਿਊਰੀ ਨੇ ਵੀਰਵਾਰ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਵੱਡਾ ਫੈਸਲਾ ਸੁਣਾਇਆ। 2016 ਦੀ ਚੋਣ ਮੁਹਿੰਮ ਦੇ ਦੌਰਾਨ ਚੁੱਪ ਰਹਿਣ ਦੇ ਲਈ ਇੱਕ ਅਡਲਟ ਫਿਲਮ ਸਟਾਰ ਨੂੰ ਭੁਗਤਾਨ ਕਰਨ ਦੇ ਲਈ ਟਰੰਪ ਨੂੰ ਦੋਸ਼ੀ ਠਹਿਰਾਇਆ ਅਤੇ ਮਹਾਦੋਸ਼ ਦੇ ਪੱਖ ਵਿੱਚ ਵੋਟ ਪਾਈ। ਹੁਣ ਉਹ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਣ ਗਏ ਨੇ। ਅਮਰੀਕਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਜਦੋਂ ਕਿਸੇ ਮੌਜੂਦਾ ਜਾਂ ਸਾਬਕਾ ਰਾਸ਼ਟਰਪਤੀ ਤੇ ਅਪਰਾਧਿਕ ਮੁਕੱਦਮਾ ਚਲਾਇਆ ਜਾਏਗਾ। ਇਸ ਸੰਬੰਧੀ ਟਰੰਪ ਦਾ ਬਿਆਨ ਵੀ ਆਇਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਿਆਸੀ ਤੌਰ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਅਤੇ ਇਤਿਹਾਸ ਵਿੱਚ ਸਭ ਤੋਂ ਵੱਡੇ ਪੱਧਰ ਤੇ ਚੋਣਾਂ 'ਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਰੰਪ ਨੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨੂੰ ਵੀ ਧਮਕੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਮੇਰੇ ਨਾਲ ਅਜਿਹਾ ਕਰਨਾ ਉਹਨਾਂ ਨੂੰ ਮਹਿੰਗਾ ਪਏਗਾ। ਉੱਤਰੀ ਪੱਛਮੀ ਇੰਡੀਆਨਾ ਵਿੱਚ ਇੱਕ 5 ਸਾਲਾ ਬੱਚੇ ਵੱਲੋਂ ਬੰਦੂਕ ਚਲਾਉਣ ਕਾਰਨ 16 ਮਹੀਨਿਆਂ ਦੇ ਉਸਦੇ ਭਰਾ ਦੀ ਮੌਤ ਹੋ ਗਈ। ਬੱਚੇ ਨੂੰ ਕਥਿਤ ਤੌਰ ਤੇ ਆਪਣੇ ਘਰ ਵਿੱਚ ਇੱਕ ਬੰਦੂਕ ਮਿਲੀ ਜਿਸ ਨੂੰ ਉਸਨੇ ਚਲਾ ਦਿੱਤਾ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਕੈਪਟਨ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਲਾਫਾਇਟ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਦੋਵੇਂ ਬੱਚੇ ਅਪਾਰਟਮੈਂਟ ਵਿੱਚ ਸਨ। 5 ਸਾਲਾ ਬੱਚੇ ਨੂੰ ਇੱਕ ਬੰਦੂਕ ਮਿਲੀ ਅਤੇ ਉਸਨੇ ਆਪਣੇ ਭਰਾ ਤੇ ਚਲਾ ਦਿੱਤੀ। ਉਹਨਾਂ ਨੇ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਪਤਾ ਲਗਾਇਆ ਜਾ ਰਿਹਾ ਕਿ ਹਥਿਆਰ ਕਿਸ ਦਾ ਸੀ। ਜਰਨਲ ਐਂਡ ਕੋਰੀਅਰ ਦੀ ਖਬਰ ਦੇ ਮੁਤਾਬਕ ਟਿਪੇਕੇਨੋ ਕਾਉਂਟੀ ਨੇ ਦੱਸਿਆ ਕਿ ਬੁੱਧਵਾਰ ਨੂੰ 16 ਮਹੀਨੇ ਦੇ ਬੱਚੇ ਦਾ ਪੋਸਟਮਾਰਟਮ ਕੀਤਾ ਗਿਆ ਜਿਸ ਵਿੱਚ ਪਤਾ ਲੱਗਾ ਕਿ ਬੱਚੇ ਨੂੰ ਇੱਕ ਹੀ ਗੋਲੀ ਲੱਗੀ ਸੀ ਪਰ ਉਸ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਮਰੀਕੀ ਫੌਜ ਦੇ 2 ਹੈਲੀਕਾਪਟਰ ਕ੍ਰੈਸ਼ ਹੋ ਗਏ ਨੇ। ਇਸ ਹਾਦਸੇ ਦੇ ਵਿੱਚ 9 ਜਵਾਨਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਘਟਨਾ ਟ੍ਰੇਨਿੰਗ ਮਿਸ਼ਨ ਦੇ ਦੌਰਾਨ ਕੈਂਟਕੀ 'ਚ ਵਾਪਰੀ। 101 ਏਅਰਬੋਰਨ ਡਿਵੀਜ਼ਨ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ। ਟਵੀਟ ਵਿੱਚ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਕਿ ਫਿਲਹਾਲ ਸਾਡਾ ਧਿਆਨ ਇਸ ਵਿੱਚ ਮੌਜੂਦ ਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਤੇ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ। ਅਮਰੀਕਾ ਸਮੇਂ ਮੁਤਾਬਕ ਇਹ ਘਟਨਾ ਬੁੱਧਵਾਰ ਰਾਤ ਕਰੀਬ 10 ਵਜੇ ਵਾਪਰੀ। ਹਾਦਸੇ ਤੋਂ ਤੁਰੰਤ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਹਾਦਸਾ ਕੈਂਟਕੀ ਦੇ ਟ੍ਰਿਗ ਕਾਉਂਟੀ ਵਿੱਚ ਵਾਪਰਿਆ। ਦੋਵੇਂ ਹੈਲੀਕਾਪਟਰ ਫੋਰਟ ਕੈਂਪਬੇਲ ਟੈਨੇਸੀ ਸਰਹੱਦ ਦੇ ਨੇੜੇ ਸਥਿਤ ਹੈ। ਇੱਕ ਹੈਲੀਕਾਪਟਰ ਦੇ ਵਿੱਚ 5 ਜਵਾਨ ਸਵਾਰ ਸਨ ਜਦਕਿ ਦੂਸਰੇ 4 ਹਾਦਸਾ ਰਿਹਾਇਸ਼ੀ ਇਲਾਕੇ ਤੋਂ ਥੋੜੀ ਦੂਰ ਸਥਿਤ ਖੇਤ ਵਿੱਚ ਵਾਪਰਿਆ। ਬਲੈਕ ਹਾਕ ਹੈਲੀਕਾਪਟਰ ਅਮਰੀਕੀ ਫੌਜ ਲਈ ਸਭ ਤੋਂ ਮਹੱਤਵਪੂਰਨ ਹੈਲੀਕਾਪਟਰ ਨੇ। ਇਹ ਹਮਲੇ ਕਰਨ, ਆਵਾਜਾਈ, ਮੈਡੀਕਲ, ਨਿਕਾਸੀ, ਖੋਜ ਅਤੇ ਰੈਸਕਿਊ ਵਰਗੇ ਮਿਸ਼ਨ 'ਚ ਕੰਮ ਆਉਂਦਾ ਹੈ। ਇਰਾਕ ਅਤੇ ਅਫਗਾਨਿਸਤਾਨ ਦੀ ਜੰਗ ਦੌਰਾਨ ਅਮਰੀਕਾ ਨੇ ਇਹਨਾਂ ਦੀ ਸਭ ਤੋਂ ਵੱਧ ਵਰਤੋਂ ਕੀਤੀ। ਮੇਰਠ ਭਾਜਪਾ ਨੇਤਾ ਅਸ਼ਵਨੀ ਸ਼ਰਮਾ ਦੇ ਇਕਲੌਤੇ ਪੁੱਤਰ ਅਤੁਲ ਸ਼ਰਮਾ ਦਾ ਬੁੱਧਵਾਰ ਨੂੰ ਅਮਰੀਕਾ 'ਚ ਦੇਹਾਂਤ ਹੋ ਗਿਆ। ਅਤੁਲ 43 ਸਾਲ ਦੇ ਸਨ। ਬੈਡਮਿੰਟਨ ਖੇਡਦੇ ਸਮੇਂ ਉਸ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੂੰ ਪੁੱਤਰ ਦੀ ਮੌਤ ਦੀ ਸੂਚਨਾ ਦੇ ਦਿੱਤੀ ਗਈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਕੇ ਬੁਰਾ ਹਾਲ ਹੈ। ਭਾਜਪਾ ਦੇ ਸੈਕਟਰ ਇੰਚਾਰਜ ਅਸ਼ਵਨੀ ਸ਼ਰਮਾ ਪਲਪੁਰਮ ਫੇਜ਼ 1 ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਨੇ। ਉਹ ਟਰਾਂਸਪੋਰਟ ਵਿਭਾਗ ਤੋਂ ਸੇਵਾ ਮੁਕਤ ਨੇ। ਉਹਨਾਂ ਨੇ ਦੱਸਿਆ ਕਿ ਉਸ ਦਾ ਲੜਕਾ ਅਤੁਲ 2007 ਵਿੱਚ ਅਮਰੀਕਾ 'ਚ ਕੰਮ ਲਈ ਗਿਆ ਸੀ। ਉੱਥੇ ਜਾ ਕੇ ਉਸਨੇ ਅਮਰੀਕਾ ਦੀ ਨਾਗਰਿਕਤਾ ਲੈ ਲਈ। ਇਸ ਤੋਂ ਬਾਅਦ ਉਹ ਪਤਨੀ ਪੂਨਮ ਅਤੇ 2 ਬੱਚਿਆਂ ਦੇ ਨਾਲ ਉੱਥੇ ਰਹਿ ਰਿਹਾ ਸੀ। ਉੱਥੇ ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ IT ਇੰਜੀਨੀਅਰ ਸੀ। ਉਹ ਬੁੱਧਵਾਰ ਦੁਪਹਿਰ ਨੂੰ ਬੈਡਮਿੰਟਨ ਖੇਡ ਰਿਹਾ ਸੀ। ਅਚਾਨਕ ਉਸਦੇ ਦਿਲ ਦੀ ਧੜਕਣ ਰੁਕ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਉਸਨੂੰ ਨਜ਼ਦੀਕ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਅਮਰੀਕਾ ਦੇ ਮੈਸਾਚੁਸੇਟਸ ਸੂਬੇ ਵਿੱਚ ਇੱਕ 78 ਸਾਲਾ ਔਰਤ ਤੋਂ ਕੰਪਿਊਟਰ ਵਾਇਰਸ ਘੁਟਾਲੇ ਰਾਹੀਂ ਕਥਿਤ ਤੌਰ ਤੇ $1 ਲੱਖ ਤੋਂ ਵੱਧ ਦੀ ਠੱਗੀ ਕਰਨ ਦੇ ਦੋਸ਼ ਵਿੱਚ 2 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਨਿਊ ਜਰਸੀ ਦੀ ਪਾਰਸੀਪੀਨੀ ਦੇ 22 ਸਾਲਾ ਨਿਕਿਤ
एस यादव ਅਤੇ 21 ਸਾਲਾ ਰਾਜ ਪਟੇਲ ਇੱਕ ਕੰਪਿਊਟਰ ਵਾਇਰਸ ਸਕੀਮ ਚਲਾ ਰਹੇ ਸਨ। ਉਹਨਾਂ ਨੇ ਪੀੜਤਾ ਤੋਂ ਉਸਦੇ ਕੰਪਿਊਟਰ ਤੇ ਅਣਚਾਹੀਆਂ ਚੀਜ਼ਾਂ ਨੂੰ ਹਟਾਉਣ ਦੇ ਲਈ ਫੰਡ ਦੀ ਮੰਗ ਕੀਤੀ। ਪੀੜਤਾ ਨੇ ਪਿਛਲੇ ਹਫ਼ਤੇ ਆਪਣੇ ਕੰਪਿਊਟਰ ਦੀ ਸਮੱਸਿਆ ਦੇ ਹੱਲ ਦੇ ਲਈ ਇੱਕ ਤਕਨੀਕੀ ਸਹਾਇਤਾ ਨੰਬਰ ਤੇ ਕਾਲ ਕੀਤੀ। ਜਮਾਊਥ ਪੁਲਿਸ ਨੇ ਇੱਕ ਮੀਡੀਆ ਬਿਆਨ 'ਚ ਕਿਹਾ ਕਿ ਸ਼ੱਕੀ ਵਿਅਕਤੀਆਂ ਨੂੰ ਸੋਮਵਾਰ ਸ਼ਾਮ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਪੀੜਤਾ ਤੋਂ ਪੈਸੇ ਲੈਣ ਦੇ ਲਈ ਉਸਦੇ ਘਰ ਆਏ। ਦੋਵਾਂ ਤੇ ਸਾਜ਼ਿਸ਼ ਰਚਣ ਅਤੇ ਲੁੱਟ ਦਾ ਦੋਸ਼ ਲਗਾਇਆ ਗਿਆ। ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਜਾਰੀ ਹੈ। ਤਾਇਵਾਨ ਦੇ ਰਾਸ਼ਟਰਪਤੀ ਸਾਈ ਇੰਗ ਵੇਨ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਤੇ ਹੈ, ਜਿਸ ਦਾ ਉਦੇਸ਼ ਇਹ ਦਿਖਾਉਣਾ ਹੈ ਕਿ ਚੀਨ ਦੀਆਂ ਵੱਧਦੀਆਂ ਧਮਕੀਆਂ ਦੇ ਵਿਚਕਾਰ ਬਹੁਤ ਸਾਰੇ ਦੇਸ਼ ਸਵੈ ਸ਼ਾਸਿਤ ਟਾਪੂ ਦੇ ਦੋਸਤ ਨੇ। ਤਾਇਵਾਨ ਇਸ ਗੱਲ ਦਾ ਧਿਆਨ ਰੱਖ ਰਿਹਾ ਹੈ ਕਿ ਸਾਈ ਯਾਤਰਾ ਦੌਰਾਨ ਕਿੱਥੇ ਰੁਕੇਗੀ ਅਤੇ ਉਹ ਹਮੇਸ਼ਾ ਵਾਂਗ ਇਸ ਵਾਰ ਵੀ ਵਾਸ਼ਿੰਗਟਨ ਵਿੱਚ ਕਿਸੇ ਵੀ ਸੀਨੀਅਰ ਅਮਰੀਕੀ ਨੇਤਾ ਨਾਲ ਅਧਿਕਾਰਤ ਮੀਟਿੰਗਾਂ ਨਹੀਂ ਕਰੇਗੀ। ਦਰਅਸਲ ਚਾਈਨਾ ਨੇ ਕਿਹਾ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਉਹ ਸਖਤ ਜਵਾਬ ਦੇਵੇਗਾ। ਸਾਈ ਬੁੱਧਵਾਰ ਨੂੰ ਨਿਊਯਾਰਕ ਪਹੁੰਚੀ। ਉਹਨਾਂ ਦੇ ਦੌਰੇ ਦੇ ਕੁਝ ਵੇਰਵੇ ਵੀ ਜਨਤਕ ਕੀਤੇ ਗਏ ਨੇ। ਵਾਸ਼ਿੰਗਟਨ ਵਿੱਚ ਇੱਕ ਸੀਨੀਅਰ ਚੀਨੀ ਡਿਪਲੋਮੈਟ ਨੇ ਦੇਸ਼ ਵਿੱਚ ਕਿਤੇ ਸਾਈ ਅਤੇ ਕੇਵਿਨ ਵਿਚਕਾਰ ਇੱਕ ਸੰਭਾਵਿਤ ਮੀਟਿੰਗ ਦਾ ਸੰਕੇਤ ਦਿੱਤਾ। ਉਸਨੇ ਬੁੱਧਵਾਰ ਨੂੰ ਇੱਕ ਡਿਜੀਟਲ ਸੈਸ਼ਨ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਮੀਟਿੰਗ ਦੇ ਸਮੁੱਚੇ ਤੌਰ ਤੇ ਗੰਭੀਰ ਨਤੀਜੇ ਹੋਣਗੇ ਤੇ ਅਮਰੀਕਾ ਚੀਨ ਸੰਬੰਧਾਂ ਤੇ ਗੰਭੀਰ ਪ੍ਰਭਾਵ ਪਏਗਾ। ਅਮਰੀਕੀ ਸੈਨੇਟਰ ਨੇ ਕਿਹਾ ਕਿ ਇੱਕ ਅਮਰੀਕੀ ਅਧਿਕਾਰੀ ਸਾਈ ਨਾਲ ਮੁਲਾਕਾਤ ਗੈਰ ਰਸਮੀ ਤੌਰ ਤੇ ਸੰਕੇਤ ਦਿੰਦਾ ਹੈ ਕਿ ਤਾਇਵਾਨ ਦੇ ਲਈ ਅਮਰੀਕਾ ਦਾ ਸਮਰਥਨ ਮਜ਼ਬੂਤ ਅਤੇ ਸਪਸ਼ਟ ਹੈ। ਸਾਈ ਨੇ ਅਮਰੀਕਾ ਲਈ ਜਹਾਜ਼ ਤੇ ਸਵਾਰ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਤਾਇਵਾਨ ਆਜ਼ਾਦੀ ਅਤੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਦ੍ਰਿੜਤਾ ਨਾਲ ਰੱਖਿਆ ਕਰੇਗਾ। ਹੋਂਡੂਰਾਸ ਨੇ ਤਾਇਵਾਨ ਨਾਲ ਸੰਬੰਧ ਤੋੜਨ ਤੋਂ ਬਾਅਦ ਚਾਈਨਾ ਨਾਲ ਕੂਟਨੀਤਿਕ ਸੰਬੰਧ ਸਥਾਪਿਤ ਕਰਨ ਲਏ ਨੇ। ਤਾਇਵਾਨ ਨੂੰ ਹੁਣ ਵੈਟੀਕਨ ਸਿਟੀ ਸਮੇਤ ਸਿਰਫ 13 ਪ੍ਰਭੂਸੱਤਾ ਸੰਪੰਨ ਦੇਸ਼ਾਂ ਦੁਆਰਾ ਮਾਨਤਾ ਪ੍ਰਾਪਤ ਹੈ। ਅਮਰੀਕਾ ਦੇ ਰੱਖਿਆ ਮੰਤਰੀ ਲॉयड ਜੇ ਆਸਟਿਨ ਦਾ ਕਹਿਣਾ ਹੈ ਕਿ ਚੀਨ ਦੀ ਚੁਣੌਤੀ ਨੂੰ ਦੇਖਦੇ ਹੋਏ ਵਿੱਤੀ ਸਾਲ 2024 ਦੇ ਬਜਟ ਵਿੱਚ ਰੱਖਿਆ ਤੇ ਖਰਚ ਵਧਾ ਦਿੱਤਾ ਗਿਆ। ਦੱਸ ਦੇਈਏ ਕਿ ਅਮਰੀਕਾ ਨੇ ਰੱਖਿਆ ਖੇਤਰ ਤੇ ਖਰਚ ਦੇ ਲਈ ਆਪਣੇ ਬਜਟ ਦੇ ਵਿੱਚ 69 ਲੱਖ ਕਰੋੜ ਰੁਪਏ ਰੱਖੇ ਨੇ। ਅਮਰੀਕੀ ਰੱਖਿਆ ਮੰਤਰੀ ਨੇ ਕਿਹਾ ਕਿ ਚਾਈਨਾ ਦੀ ਚੁਣੌਤੀ ਨਾਲ ਨਜਿੱਠਣ ਦੇ ਨਾਲ-ਨਾਲ ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ 'ਚ ਫੌਜੀ ਤਾਕਤ ਵਧਾਉਣ ਅਤੇ ਅਮਰੀਕਾ ਦੇ ਸਹਿਯੋਗੀਆਂ ਨਾਲ ਹੋਰ ਅਭਿਆਸ ਤੇ ਵੀ ਧਿਆਨ ਦਿੱਤਾ ਜਾਏਗਾ। ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ ਅਤੇ ਚਾਈਨਾ ਦੀ ਚੁਣੌਤੀ ਨਾਲ ਨਜਿੱਠਣ ਤੇ ਧਿਆਨ ਵਿੱਤੀ ਸਾਲ 2024 ਦੇ ਬਜਟ ਦਾ ਫੋਕਸ ਹਿੰਦ ਮਹਾਸਾਗਰ ਖੇਤਰ ਦੀ ਸੁਰੱਖਿਆ ਅਤੇ ਚੀਨ ਦੀ ਚੁਣੌਤੀ ਨਾਲ ਨਜਿੱਠਣ ਤੇ ਹੈ। ਦੱਸ ਦਈਏ ਕਿ ਇਸ ਸੈਕਟਰ ਦੇ ਲਈ ਅਮਰੀਕਾ ਨੇ ਰੱਖਿਆ ਬਜਟ ਵਿੱਚ 40% ਦਾ ਵਾਧਾ ਕੀਤਾ ਹੈ ਅਤੇ $9.1 ਬਿਲੀਅਨ ਤੈਅ ਕੀਤੇ ਨੇ। ਇਸ ਖੇਤਰ ਦੀ ਸੁਰੱਖਿਆ ਲਈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਇਸ ਬਜਟ ਦੀਆਂ 3 ਤਰਜੀਹਾਂ ਨੇ, ਜਿਸ ਵਿੱਚ ਰਾਸ਼ਟਰੀ ਸੁਰੱਖਿਆ, ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਦੇਖਭਾਲ ਅਤੇ ਭਾਈਵਾਲ ਦੇਸ਼ਾਂ ਨਾਲ ਸਹਿਯੋਗ ਵਧਾਉਣ ਤੇ ਜ਼ੋਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇੰਡੋ ਪੈਸੀਫਿਕ ਖੇਤਰ ਵਿੱਚ ਚੁਣੌਤੀ ਵੱਧਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਅਮਰੀਕਾ ਇਸ ਖੇਤਰ ਦੇ ਵਿੱਚ ਸਥਿਤ ਦੇਸ਼ਾਂ ਨਾਲ ਲਗਾਤਾਰ ਸਹਿਯੋਗ ਵਧਾ ਰਿਹਾ। ਅਮਰੀਕੀ ਰੱਖਿਆ ਮੰਤਰੀ ਨੇ ਕਿਹਾ ਕਿ ਰਣਨੀਤਿਕ ਬਜਟ ਹੈ ਅਤੇ ਇਸ ਨੂੰ ਚਾਈਨਾ ਦੀ ਲੋਕ ਗਣਰਾਜ ਦੀ ਚੁਣੌਤੀ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ। ਪਿਛਲੇ ਸਾਲ ਦੇ ਮੁਕਾਬਲੇ ਅਮਰੀਕਾ ਨੇ ਆਪਣੇ ਰੱਖਿਆ ਬਜਟ ਦੇ ਵਿੱਚ 13.4% ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਸਾਲ 2023 ਦੇ ਮੁਕਾਬਲੇ ਬਜਟ ਵਿੱਚ 3% ਦਾ ਵਾਧਾ ਕੀਤਾ ਗਿਆ। ਕੁੱਲ ਰੱਖਿਆ ਬਜਟ ਚੋਂ $170 ਬਿਲੀਅਨ ਫੌਜ ਦੇ ਲਈ ਨਵੇਂ ਹਥਿਆਰ ਅਤੇ ਹੋਰ ਸਾਜ਼ੋ ਸਮਾਨ ਖਰੀਦਣ ਤੇ ਖਰਚ ਕੀਤੇ ਜਾਣਗੇ। B-21 ਰੇਡਰ ਤੇ $61 ਬਿਲੀਅਨ ਖਰਚ ਕੀਤੇ ਜਾਣਗੇ। ਇਸ ਦੇ ਨਾਲ ਹੀ ਅਮਰੀਕੀ ਜਲ ਸੈਨਾ ਲਈ 9 ਜੰਗੀ ਜਹਾਜ਼ਾਂ ਦੇ ਨਿਰਮਾਣ ਵਿੱਚ $48 ਬਿਲੀਅਨ ਖਰਚ ਕੀਤੇ ਜਾਣਗੇ। $37.7 ਬਿਲੀਅਨ ਪਰਮਾਣੂ ਹਥਿਆਰਾਂ ਦੀ ਕਮਾਂਡ, ਕੰਟਰੋਲ ਅਤੇ ਸੰਚਾਰ ਤੇ ਖਰਚ ਕੀਤੇ ਜਾਣਗੇ। ਅਮਰੀਕੀ ਰੱਖਿਆ ਮੰਤਰੀ ਨੇ ਕਿਹਾ ਕਿ ਅਮਰੀਕੀ ਫੌਜ ਇਕੱਲੀ ਨਹੀਂ ਲੜਦੀ, ਇਸ ਲਈ ਸਾਡੇ ਸਹਿਯੋਗੀ ਮਹੱਤਵਪੂਰਨ ਨੇ ਅਤੇ ਬਜਟ 'ਚ ਪੂਰਾ ਧਿਆਨ ਰੱਖਿਆ ਗਿਆ ਹੈ। ਫਿਲੀਪੀਨਸ ਦੇ ਨਾਲ ਸਹਿਯੋਗ ਵਧਾਇਆ ਜਾਏਗਾ ਤੇ ਜਾਪਾਨ ਵੀ ਆਪਣਾ ਰੱਖਿਆ ਖਰਚ ਵਧਾ ਰਿਹਾ। ਆਕਸ ਦੁਆਰਾ ਵੀ ਯੂਕੇ ਅਤੇ ਆਸਟ੍ਰੇਲੀਆ ਦੇ ਨਾਲ ਰੱਖਿਆ ਸਹਿਯੋਗ ਨੂੰ ਵਧਾਇਆ ਜਾਏਗਾ। ਅਮਰੀਕੀ ਰੱਖਿਆ ਮੰਤਰੀ ਨੇ ਕਿਹਾ ਕਿ ਹਾਲੀਆ ਬਜਟ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਤੇ ਵੀ ਕੇਂਦਰਿਤ ਹੈ। ਸੈਨਿਕਾਂ ਦੇ ਰਿਹਾਇਸ਼ੀ ਭੱਤੇ ਵਿੱਚ ਵਾਧਾ ਕਰਨ, ਸੈਨਿਕਾਂ ਦੀਆਂ ਰਿਹਾਇਸ਼ਾਂ ਵਿੱਚ ਸੁਧਾਰ ਕਰਨ, ਸੈਨਿਕਾਂ ਦੇ ਬੱਚਿਆਂ ਨਾਲ ਸੰਬੰਧਿਤ ਸਹੂਲਤਾਂ ਵਿੱਚ ਸੁਧਾਰ, ਉਹਨਾਂ ਦੀ ਉੱਚ ਸਿੱਖਿਆ ਲਈ ਕਈ ਉਪਬੰਧ ਕੀਤੇ ਗਏ ਨੇ। ਜਵਾਨਾਂ ਵਿੱਚ ਜਿਨਸੀ ਸ਼ੋਸ਼ਣ ਅਤੇ ਖੁਦਕੁਸ਼ੀ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਨਾਲ ਨਜਿੱਠਣ ਦੇ ਲਈ ਵੀ ਕਦਮ ਚੁੱਕੇ ਗਏ ਹਨ। ਰੂਸ ਵਿੱਚ ਵਾਲ ਸਟਰੀਟ ਜਰਨਲ ਲਈ ਕੰਮ ਕਰਨ ਵਾਲੇ ਇੱਕ ਅਮਰੀਕੀ ਪੱਤਰਕਾਰ ਨੂੰ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਰੂਸ ਦੀ ਚੋਟੀ ਦੀ ਸੁਰੱਖਿਆ ਏਜੰਸੀ
FSB ਨੇ ਇਹ ਜਾਣਕਾਰੀ ਦਿੱਤੀ। ਸ਼ੀਤ ਯੁੱਧ ਤੋਂ ਬਾਅਦ ਜਸੂਸੀ ਦੇ ਦੋਸ਼ਾਂ ਵਿੱਚ ਕਿਸੇ ਅਮਰੀਕੀ ਪੱਤਰਕਾਰ ਦੀ ਗ੍ਰਿਫਤਾਰੀ ਦਾ ਇਹ ਪਹਿਲਾ ਮਾਮਲਾ ਹੈ। ਅਖਬਾਰ ਵਾਲ ਸਟਰੀਟ ਜਰਨਲ ਨੇ ਜਸੂਸੀ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਫੈਡਰਲ ਸੁਰੱਖਿਆ ਸੇਵਾ ਨੇ ਵੀਰਵਾਰ ਨੂੰ ਕਿਹਾ ਕਿ ਇਵਾਨ ਗੇਰਸ਼ਕਵੋਸ਼ਿਚ ਨੂੰ ਉਸਦੇ ਉਰਲ ਪਹਾੜੀ ਸ਼ਹਿਰ ਵਿੱਚ ਕਥਿਤ ਤੌਰ ਤੇ ਗੁਪਤ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਿਆਂ ਹਿਰਾਸਤ 'ਚ ਲਿਆ ਗਿਆ ਸੀ। FSB ਨੇ ਕਿਹਾ ਕਿ ਗੇਰਸ਼ਕੋਵਿਚ ਸੰਯੁਕਤ ਰਾਸ਼ਟਰ ਦੇ ਆਦੇਸ਼ਾਂ ਤੇ ਰੂਸੀ ਫੌਜੀ ਉਦਯੋਗਿਕ ਕੰਪਲੈਕਸ ਦੇ ਇੱਕ ਉਦਮ ਦੀਆਂ ਗਤੀਵਿਧੀਆਂ ਬਾਰੇ ਸ਼੍ਰੇਣੀਬੱਧ ਜਾਣਕਾਰੀ ਇਕੱਠੀ ਕਰ ਰਿਹਾ। ਰੂਸ ਦੇ ਰਾਸ਼ਟਰਪਤੀ ਦਫ਼ਤਰ ਦੇ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ਇਹ ਕੋਈ ਸ਼ੱਕ ਦਾ ਮਾਮਲਾ ਨਹੀਂ ਹੈ, ਇਹ ਤੱਥ ਹੈ ਕਿ ਉਹਨਾਂ ਨੂੰ ਰੰਗੇ ਹੱਥੀਂ ਫੜਿਆ ਗਿਆ ਸੀ। ਅਖਬਾਰ ਨੇ ਇੱਕ ਬਿਆਨ 'ਚ ਕਿਹਾ, ਵਾਲ ਸਟਰੀਟ ਜਰਨਲ FSB ਦੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕਰਦਾ ਹੈ ਅਤੇ ਸਾਡੇ ਭਰੋਸੇਮੰਦ ਤੇ ਸਮਰਪਿਤ ਪੱਤਰਕਾਰਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਾ ਹੈ। ਅਸੀਂ ਗੇਰਸ਼ੋਕੇਵਿਚ ਤੇ ਉਸਦੇ ਪਰਿਵਾਰ ਨਾਲ ਖੜੇ ਹਾਂ। ਯੂਕਰੇਨ 'ਚ ਜੰਗ ਨੂੰ ਲੈ ਕੇ ਰੂਸ ਅਤੇ ਪੱਛਮੀ ਦੇਸ਼ਾਂ ਵਿਚਾਲੇ ਵੱਧਦੇ ਤਣਾਅ ਦੇ ਵਿਚਕਾਰ ਉਸਦੀ ਗ੍ਰਿਫਤਾਰੀ ਦਾ ਮਾਮਲਾ ਆਇਆ ਹੈ। ਹਾਲ ਹੀ ਦੇ ਸਮੇਂ 'ਚ ਰੂਸ ਨੇ ਵਿਰੋਧੀ ਕਾਰਕੁਨਾਂ, ਸੁਤੰਤਰ ਪੱਤਰਕਾਰਾਂ ਅਤੇ ਸਿਵਲ ਸੁਸਾਇਟੀ ਸੰਗਠਨਾਂ ਤੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਗੇਰਸ਼ਕੋਵਿਚ ਸਤੰਬਰ 1986 ਤੋਂ ਬਾਅਦ ਰੂਸ ਵਿੱਚ ਜਸੂਸੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਪਹਿਲਾ ਅਮਰੀਕੀ ਪੱਤਰਕਾਰ ਹੈ। ਫਿਰ US ਨਿਊਜ਼ ਐਂਡ ਵਰਲਡ ਰਿਪੋਰਟ ਦੇ ਮਾਸਕੋ ਪੱਤਰਕਾਰ ਨਿਕੋਲਜ਼ ਨੂੰ ਤਤਕਾਲੀ ਖੁਫੀਆ ਏਜੰਸੀ KGB ਨੇ ਗ੍ਰਿਫਤਾਰ ਕਰ ਲਿਆ। ਸੋਵੀਅਤ ਸੰਘ ਦੇ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਕੰਮ ਕਰ ਰਹੇ ਇੱਕ ਕਰਮਚਾਰੀ ਦੀ ਰਿਹਾਈ ਦੇ ਬਦਲੇ 20 ਦਿਨਾਂ ਬਾਅਦ ਨਿਕੋਲਜ਼ ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾ ਕਰ ਦਿੱਤਾ ਗਿਆ। ਕਰਮਚਾਰੀ ਨੂੰ ਅਮਰੀਕੀ ਜਾਂਚ ਏਜੰਸੀ FBI ਨੇ ਗ੍ਰਿਫਤਾਰ ਕੀਤਾ ਹੈ। ਮਾਸਕੋ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਸੁਣਵਾਈ ਦੇ ਦੌਰਾਨ ਉਸ ਨੂੰ ਜਾਂਚ ਪੂਰੀ ਹੋਣ ਤੱਕ ਜੇਲ੍ਹ ਵਿੱਚ ਰੱਖਣ ਦਾ ਹੁਕਮ ਦਿੱਤਾ। ਦੋਸ਼ੀ ਪਾਏ ਜਾਣ ਤੇ ਉਸ ਨੂੰ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਉਸਨੇ ਵਾਲ ਸਟਰੀਟ ਜਰਨਲ ਦੇ ਮਾਸਕੋ ਬਿਊਰੋ ਲਈ ਰੂਸ, ਯੂਕਰੇਨ ਅਤੇ ਹੋਰ ਸੋਵੀਅਤ ਯੁੱਗ ਦੇ ਦੇਸ਼ਾਂ ਬਾਰੇ ਰਿਪੋਰਟ ਕੀਤੀ। FSB ਨੇ ਨੋਟ ਕੀਤਾ ਕਿ ਉਸ ਨੂੰ ਰੂਸੀ ਵਿਦੇਸ਼ ਮੰਤਰਾਲਾ ਦੁਆਰਾ ਇੱਕ ਪੱਤਰਕਾਰ ਵਜੋਂ ਕੰਮ ਕਰਨ ਦੀ ਮਾਨਤਾ ਦਿੱਤੀ ਗਈ, ਪਰ ਮੰਤਰਾਲਾ ਦੀ ਬੁਲਾਰਾ ਨੇ ਕਿਹਾ ਕਿ ਉਸ ਨੂੰ ਉਹਨਾਂ ਗਤੀਵਿਧੀਆਂ 'ਚ ਸ਼ਾਮਲ ਸੀ ਜਿਨ੍ਹਾਂ ਦਾ ਪੱਤਰਕਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਮਰੀਕਾ ਦੇ ਅਲਾਬਾਮਾ ਰਾਜ ਵਿੱਚ ਹੰਟਸਵਿਲੇ ਵਿਖੇ ਘਰੇਲੂ ਝਗੜੇ ਦੇ ਮਾਮਲੇ 'ਚ ਮੌਕੇ ਤੇ ਪੁੱਜੇ 2 ਪੁਲਿਸ ਅਫਸਰਾਂ ਉੱਪਰ ਘਰ 'ਚ ਲੁਕੇ ਸ਼ੱਕੀ ਵੱਲੋਂ ਗੋਲੀ ਚਲਾਉਣ ਦੀ ਖਬਰ ਹੈ। ਔਰ ਹੰਟਸਵਿਲੇ ਪੁਲਿਸ ਵਿਭਾਗ ਨੇ ਜਾਰੀ ਇੱਕ ਪ੍ਰੈਸ ਬਿਆਨ 'ਚ ਕਿਹਾ ਕਿ ਇੱਕ ਔਰਤ ਉੱਪਰ ਹਮਲਾ ਹੋਣ ਦੀ ਸੂਚਨਾ ਮਿਲਣ ਤੇ ਪੁਲਿਸ ਅਫਸਰ ਮੌਕੇ ਉੱਪਰ ਪੁੱਜੇ ਸੀ। ਅਚਾਨਕ ਸ਼ੱਕੀ ਵੱਲੋਂ ਚਲਾਈਆਂ ਗੋਲੀਆਂ ਕਾਰਨ ਜ਼ਖਮੀ ਹੋਏ 2 ਪੁਲਿਸ ਅਫਸਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਪੁਲਿਸ ਅਫਸਰ ਦੀ ਮੌਤ ਹੋ ਗਈ ਜਦਕਿ ਦੂਸਰੇ ਦੀ ਹਾਲਤ ਗੰਭੀਰ ਹੈ। ਮ੍ਰਿਤਕ ਪੁਲਿਸ ਅਫਸਰ ਦੀ ਪਛਾਣ ਗ੍ਰੈਟ ਕਰਮੀ ਵਜੋਂ ਹੋਈ ਹੈ, ਜਦਕਿ 34 ਸਾਲਾ ਅਲਬਰਟ ਹਸਪਤਾਲ 'ਚ ਇਲਾਜ ਅਧੀਨ ਹੈ। ਅਲਬਾਮਾ ਦੇ ਅਟਾਰਨੀ ਜਨਰਲ ਸਟੀਵ ਨੇ ਕਿਹਾ ਕਿ ਕਰਮ ਵੀ ਪੁਲਿਸ ਵਿਭਾਗ ਵਿੱਚ ਪਿਛਲੇ 3 ਸਾਲ ਤੋਂ ਕੰਮ ਕਰ ਰਿਹਾ ਸੀ ਤੇ ਇਸ ਸਾਲ ਆਪਣੀ ਡਿਊਟੀ ਦੌਰਾਨ ਜਾਨ ਗਵਾਉਣ ਵਾਲਾ ਉਹ ਪਹਿਲਾ ਆਫੀਸਰ ਹੈ। ਪੁਲਿਸ ਨੇ ਸ਼ੱਕੀ ਜਵਾਨ ਰਾਬਰਟ ਗ੍ਰਿਫਤਾਰ ਉਸ ਨੂੰ ਕਰ ਲਿਆ ਹੈ ਤੇ ਉਸ ਵਿਰੁੱਧ ਲਾਅ ਇਨਫੋਰਸਮੈਂਟ ਪੁਲਿਸ ਅਫਸਰ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਨੇ। ਮਿਲਵਾਕੀ 'ਚ ਇੱਕ 12 ਸਾਲਾ ਦੇ ਲੜਕੇ ਵੱਲੋਂ ਗੋਲੀ ਮਾਰ ਕੇ ਇੱਕ ਵਿਅਕਤੀ ਦੀ ਹੱਤਿਆ ਕਰ ਦੇਣ ਦੀ ਰਿਪੋਰਟ ਹੈ। ਪੁਲਿਸ ਦੇ ਅਨੁਸਾਰ 34 ਸਾਲ ਦੇ ਬ੍ਰੈਂਡਨ ਫੈਲਟਨ ਨਾਮੀ ਵਿਅਕਤੀ ਵੱਲੋਂ ਲੜਕੇ ਨੂੰ ਹਥਿਆਰ ਵੇਚਣ ਤੋਂ ਨਾ ਕਰ ਦੇਣ ਤੇ ਲੜਕਾ ਉਸ ਦੇ ਘਰ ਗਿਆ ਤੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਲੜਕੇ ਵਿਰੁੱਧ ਪਹਿਲਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ। ਮਾਮਲੇ ਦੀ ਮੁੱਢਲੀ ਸੁਣਵਾਈ 4 ਅਪ੍ਰੈਲ ਨੂੰ ਹੋਏਗੀ। ਅਮਰੀਕਾ ਦੇ 2 ਸੂਬਿਆਂ ਨੇ ਭਾਰਤੀ ਦਲਿਤਾਂ ਨੂੰ ਵੱਡਾ ਮਾਣ ਦਿੰਦਿਆਂ ਵੱਡੇ ਐਲਾਨ ਕੀਤੇ ਨੇ। ਪ੍ਰਾਪਤ ਖਬਰਾਂ ਦੇ ਅਨੁਸਾਰ ਵਾਸ਼ਿੰਗਟਨ ਸੂਬੇ ਨੇ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਮਹਾਤਮਾ ਜੋਤੀ ਬਾਰਾਓ ਫੂਲੇ ਦੇ ਅਪ੍ਰੈਲ ਮਹੀਨੇ ਆ ਰਹੇ ਜਨਮ ਦਿਨਾਂ ਨੂੰ ਸਮਰਪਿਤ ਅਪ੍ਰੈਲ ਮਹੀਨੇ ਨੂੰ ਦਲਿਤ ਇਤਿਹਾਸ ਮਹੀਨਾ, ਜਦਕਿ ਮਿਸ਼ੀਗਨ ਰਾਜ ਨੇ 9 ਅਪ੍ਰੈਲ ਤੋਂ 15 ਅਪ੍ਰੈਲ ਨੂੰ ਸਮਾਜਿਕ ਬਰਾਬਰਤਾ ਹਫ਼ਤਾ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਵਾਸ਼ਿੰਗਟਨ DC ਦੇ ਗਵਰਨਰ ਜੇ ਇੰਸਲੀ ਨੇ ਕਿਹਾ ਕਿ ਅਮਰੀਕਾ ਸਮਾਜਿਕ ਬਰਾਬਰਤਾ ਦਾ ਵੱਡਾ ਹਾਮੀ ਹੈ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਮਹਾਤਮਾ ਜੋਤੀਬਾ ਰਾਓ ਫੂਲੇ ਨੇ ਵੀ ਇਸੇ ਵਿਸ਼ੇ ਤੇ ਝੰਡਾ ਬੁਲੰਦ ਕੀਤਾ ਹੈ, ਜਿਸ ਕਾਰਨ ਦੋਹਾਂ ਦੇ ਸਨਮਾਨ ਵਿੱਚ ਅਸੀਂ ਇਹ ਫੈਸਲਾ ਲਿਆ ਹੈ। ਦੂਜੇ ਪਾਸੇ ਮਿਸ਼ੀਗਨ ਸੂਬੇ ਦੀ ਗਵਰਨਰ ਨੇ ਕਿਹਾ ਕਿ ਡਾਕਟਰ ਅੰਬੇਦਕਰ ਅਤੇ ਮਹਾਤਮਾ ਜੋਤੀਬਾ ਰਾਓ ਫੂਲੇ ਵੱਲੋਂ ਵਿੱਢੇ ਸੰਘਰਸ਼ ਨੇ ਕਰੋੜਾਂ ਲੋਕਾਂ ਨੂੰ ਨਵਾਂ ਜੀਵਨ ਦਿੱਤਾ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਹਨਾਂ ਮਹਾਪੁਰਸ਼ਾਂ ਨੇ ਸਿਰਫ ਦਲਿਤ ਲਈ ਹੀ ਨਹੀਂ ਕੰਮ ਕੀਤਾ, ਸਗੋਂ ਸਮੁੱਚੇ ਦੱਬੇ ਕੁਚਲੇ ਸਮਾਜ ਅਤੇ ਮਰਦ ਪ੍ਰਧਾਨ ਦਾ ਜ਼ੁਲਮ ਸਹਿ ਰਹੀਆਂ ਔਰਤਾਂ ਦੀ ਆਵਾਜ਼ ਵੀ ਬੁਲੰਦ ਕੀਤੀ।
ਆਪਣੇ ਪਸੰਦੀਦਾ ਪ੍ਰਧਾਨ ਮੰਤਰੀ ਵਜੋਂ ਕੈਨੇਡੀਅਨਸ ਕਿਸ ਆਗੂ ਨੂੰ ਦੇਖਦੇ ਨੇ। ਇਸ ਮਾਮਲੇ ਵਿੱਚ ਲਿਬਰਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਛਾੜਦਿਆਂ ਹੋਇਆਂ ਕੰਜ਼ਰਵੇਟਿਵ ਆਗੂ ਪੀਅਰ ਲੱਗੇ ਲੰਘ ਗਏ ਨੇ ਅਤੇ ਇਹ ਖੁਲਾਸਾ ਨੈਨੋਜ਼ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਤੋਂ ਹੋਇਆ। ਇਸ ਸਰਵੇਖਣ ਦੇ ਹਿਸਾਬ ਦੇ ਨਾਲ ਲਿਬਰਲਾਂ ਲਈ ਸਮਾਂ ਇਸ ਵੇਲੇ ਲਈ ਬਹੁਤ ਵਧੀਆ ਨਹੀਂ ਚੱਲ ਰਿਹਾ, ਜਦਕਿ ਹਵਾ ਦਾ ਰੁਖ ਇਸ ਸਮੇਂ ਕੰਜ਼ਰਵੇਟਿਵਸ ਦੇ ਵੱਲ ਨਜ਼ਰ ਆ ਰਿਹਾ। ਇਸ ਦੌਰਾਨ ਪ੍ਰਧਾਨ ਮੰਤਰੀ ਵਜੋਂ ਟਰੂਡੋ ਦੇ ਸਮਰਥਨ ਵਿੱਚ ਅਚਾਨਕ ਕਮੀ ਵੇਖਣ ਨੂੰ ਮਿਲ ਰਹੀ ਹੈ, ਜਦਕਿ ਪੌਲੀਏਵਰ ਨੂੰ ਪ੍ਰਧਾਨ ਮੰਤਰੀ ਵਜੋਂ ਪਸੰਦ ਕਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਇਆ। ਪੌਲੀਏਵਰ ਦੇ ਸਮਰਥਕ ਇੰਨੇ ਵੱਧ ਗਏ ਨੇ ਕਿ ਉਹਨਾਂ ਨੇ ਟਰੂਡੋ ਨੂੰ ਇਸ ਮਾਮਲੇ 'ਚ ਪਛਾੜ ਦਿੱਤਾ ਹੈ। ਨੈਨੋਜ਼ ਰਿਸਰਚ ਦੇ ਚੇਅਰ ਤੇ ਪੋਲਸਟਰ ਨਿਕ ਨੈਨੋਜ਼ ਦਾ ਕਹਿਣਾ ਹੈ ਕਿ ਆਮ ਤੌਰ ਉੱਤੇ ਜਿਹੜਾ ਹੀ ਮੌਜੂਦਾ ਪ੍ਰਧਾਨ ਮੰਤਰੀ ਹੁੰਦਾ ਹੈ ਫਾਇਦਾ ਉਸ ਨੂੰ ਹੁੰਦਾ ਹੈ, ਪਰ ਇੱਥੇ ਪੌਲੀਏਵਰ ਦੀ ਚੜ੍ਹਤ ਸਾਫ਼ ਨਜ਼ਰ ਆ ਰਹੀ ਹੈ। ਨੈਨੋਜ਼ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਨੈਨੋਜ਼ ਦੇ ਪਾਵਰ ਇੰਡੈਕਸ ਉੱਤੇ ਲਿਬਰਲਾਂ ਦੀ ਚੜ੍ਹਤ ਬਣੀ ਹੋਈ ਸੀ, ਪਰ ਕੁਝ ਸਾਲਾਂ ਤੋਂ ਹੌਲੀ-ਹੌਲੀ ਕੰਜ਼ਰਵੇਟਿਵਾਂ ਦਾ ਪਲੜਾ ਭਾਰਾ ਹੋਣਾ ਸ਼ੁਰੂ ਹੋਇਆ ਤੇ ਇਸ ਸਮੇਂ ਕੰਜ਼ਰਵੇਟਿਵ ਲਿਬਰਲਾਂ ਤੋਂ ਵੀ ਥੋੜਾ ਜਿਹਾ ਅੱਗੇ ਲੰਘ ਰਹੇ ਨੇ। ਇਸ ਸਮੇਂ ਪਾਵਰ ਇੰਡੈਕਸ ਉੱਤੇ ਕੰਜ਼ਰਵੇਟਿਵ 50 ਅੰਕਾਂ ਨਾਲ ਸਭ ਤੋਂ ਅੱਗੇ, ਲਿਬਰਲ 47 ਅੰਕਾਂ ਨਾਲ ਦੂਜੇ ਸਥਾਨ ਉੱਤੇ ਤੇ ਐਨਡੀਪੀ 46 ਅੰਕਾਂ ਨਾਲ ਤੀਜੇ ਸਥਾਨ ਉੱਤੇ ਨਜ਼ਰ ਆ ਰਹੇ ਨੇ। ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ ਇੱਕ 48 ਸਾਲਾ ਪੰਜਾਬੀ ਨੇ $1 ਲੱਖ ਦੀ ਲੋਟਰੀ ਜਿੱਤੀ ਹੈ। ਲੋਟਰੀ ਜਿੱਤਣ ਵਾਲੇ ਪੰਜਾਬੀ ਦਾ ਨਾਮ ਪਰਮਿੰਦਰ ਸਿੱਧੂ ਹੈ। ਉਹ ਕਦੇ-ਕਦਾਈ ਹੀ ਲੋਟਰੀ ਖਰੀਦਦਾ ਸੀ। ਇਸ ਵਾਰ ਉਸ ਦੀ ਕਿਸਮਤ ਨੇ ਸਾਥ ਦਿੱਤਾ ਤੇ ਉਸਨੇ ਵੱਡੀ ਰਾਸ਼ੀ ਜਿੱਤ ਲਈ। ਸਿੱਧੂ ਨੇ ਟੋਰਾਂਟੋ ਵਿੱਚ OLG ਪ੍ਰਾਈਜ਼ ਸੈਂਟਰ ਵਿੱਚ ਮੀਡੀਆ ਨੂੰ ਦੱਸਿਆ ਕਿ ਮੇਰੀ ਪਤਨੀ ਨੇ ਮੈਨੂੰ ਲੋਟਰੀ ਟਿਕਟ ਖਰੀਦਣ ਲਈ ਕਿਹਾ ਕਿਉਂਕਿ ਉਹ ਦਿਨ ਮੇਰੇ ਲਈ ਖੁਸ਼ਕਿਸਮਤ ਲੱਗ ਰਿਹਾ ਸੀ। ਬਰੈਂਪਟਨ ਸਥਿਤ ਕਾਰੋਬਾਰੀ ਨੇ ਵੌਨ ਦੇ ਸ਼ੈਲ ਸਥਾਨ ਤੇ ਲੋਟੋ 649 ਦੀ ਟਿਕਟ ਖਰੀਦੀ। ਕੈਸ਼ੀਅਰ ਨੇ ਗਲਤੀ ਨਾਲ $1 ਲਈ ਆਪਣੀ ਖਰੀਦ ਵਿੱਚ ਇਨਕੋਰ ਸ਼ਾਮਲ ਕਰ ਦਿੱਤਾ। ਸਿੱਧੂ ਨੇ ਖੁਲਾਸਾ ਕੀਤਾ ਕਿ ਉਹ ਗਲਤੀ ਨੂੰ ਠੀਕ ਕਰਕੇ ਮੈਨੂੰ ਨਵੀਂ ਟਿਕਟ ਦਿਵਾਉਣ ਜਾ ਰਹੇ ਸੀ, ਪਰ ਮੈਂ ਇਸ ਨੂੰ ਰੱਖਣ ਦਾ ਫੈਸਲਾ ਕੀਤਾ। 10 ਦਿਨ ਬਾਅਦ 15 ਫਰਵਰੀ ਨੂੰ ਸਿੱਧੂ ਨੇ ਆਪਣੀ ਟਿਕਟ ਚੈੱਕ ਕੀਤੀ। ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਸਨੇ ਇਨਕੋਰ ਦੁਆਰਾ $1 ਲੱਖ ਜਿੱਤੇ ਸਨ। ਸਿੱਧੂ ਨੇ ਸਾਂਝਾ ਕੀਤਾ ਕਿ ਮੈਂ ਸਾਰੇ ਜ਼ੀਰੋ ਗਿਣ ਰਿਹਾ ਸੀ। ਮੈਂ ਸੱਚਮੁੱਚ ਸ਼ਾਂਤ ਸੀ ਪਰ ਬਹੁਤ ਖੁਸ਼ ਸੀ। ਇਹ ਇੱਕ ਤੋਹਫੇ ਵਾਂਗ ਮਹਿਸੂਸ ਹੋਇਆ। ਜਦੋਂ ਮੈਂ ਆਪਣੀ ਪਤਨੀ ਨੂੰ ਦੱਸਿਆ ਕਿ ਉਸਨੇ ਮੈਨੂੰ ਆਪਣੀ ਖੁਸ਼ੀ ਜਤਾਈ। ਸਿੱਧੂ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਦੀ ਪੜ੍ਹਾਈ ਲਈ ਪੈਸੇ ਦੀ ਬਚਤ ਕਰਨਗੇ। ਉਸ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਉਸ ਦਾ ਬੱਚਾ ਵਿਦਿਆਰਥੀ ਕਰਜ਼ੇ ਤੋਂ ਬਿਨਾਂ ਕਾਲਜ ਵਿੱਚ ਗ੍ਰੈਜੂਏਟ ਹੋਏ। ਓਨਟਾਰੀਓ ਤੋਂ ਲਿਬਰਲ MPP ਮਿਤਜ਼ੀ ਹੰਟਰ ਵੱਲੋਂ ਵੀ ਟੋਰਾਂਟੋ ਦੇ ਮੇਅਰ ਦੀ ਦੌੜ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਗਿਆ। ਆਪਣੇ ਇਹਨਾਂ ਇਰਾਦਿਆਂ ਦੀ ਪੁਸ਼ਟੀ ਹੰਟਰ ਵੱਲੋਂ ਵੀਰਵਾਰ ਨੂੰ ਕੀਤੀ ਗਈ। ਸਕਾਰਬਰੋ ਗਿਲਵੁੱਡ ਤੋਂ ਲਿਬਰਲ MPP ਨੇ ਆਖਿਆ ਕਿ ਉਹਨਾਂ ਵਰਗੀ ਚੈਂਪੀਅਨ ਦੀ ਇਸ ਸਮੇਂ ਟੋਰਾਂਟੋ ਨੂੰ ਸਭ ਤੋਂ ਵੱਧ ਲੋੜ ਹੈ। ਇੱਕ ਬਿਆਨ 'ਚ ਹੰਟਰ ਨੇ ਆਖਿਆ ਕਿ ਇਹ ਚੋਣਾਂ ਟੋਰਾਂਟੋ ਲਈ ਟਰਨਿੰਗ ਪੁਆਇੰਟ ਹੋਣਗੀਆਂ। ਸਾਡੇ ਕੋਲ ਜਾਂ ਤਾਂ ਅਗਲੇ ਪੱਧਰ ਤੱਕ ਉੱਠਣ ਦਾ ਮੌਕਾ ਹੋਏਗਾ ਤੇ ਜਾਂ ਫਿਰ ਅਸੀਂ ਖੱਡ ਵਿੱਚ ਡਿੱਗ ਸਕਦੇ ਹਾਂ। ਅਗਲੇ ਪੱਧਰ ਉੱਤੇ ਜਾਣ ਦੇ ਲਈ ਟੋਰਾਂਟੋ ਵਾਸੀਆਂ ਨੂੰ ਉਹਨਾਂ ਦੀ ਮਦਦ ਦੀ ਲੋੜ ਹੈ। ਹੰਟਰ ਦੇ ਪਲੇਟਫਾਰਮ ਅਨੁਸਾਰ ਉਹ ਆਪਣਾ ਸਾਰਾ ਧਿਆਨ TTC ਸੇਫਟੀ, ਘਰਾਂ ਦੀ ਉਪਲਬਧਤਾ ਤੇ ਕਿਫਾਇਤੀਪਣ, ਹੋਮਲੈਸਨੈਸ ਨੂੰ ਖਤਮ ਕਰਨ, ਲੋਕਲ ਜਾਂ ਜਮਹੂਰੀਅਤ ਨੂੰ ਮਜ਼ਬੂਤ ਕਰਨ ਵੱਲ ਲਾਉਣਾ ਚਾਹੁੰਦੀ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਜੇ ਉਹਨਾਂ ਨੂੰ ਟੋਰੀ ਦੀ ਟੋਰਾਂਟੋ ਦਾ ਮੇਅਰ ਚੁਣਿਆ ਜਾਂਦਾ ਹੈ ਤਾਂ ਉਹ ਸਟਰੋਂਗ ਮੇਅਰ ਪਾਵਰਸ ਦੀ ਵਰਤੋਂ ਨਹੀਂ ਕਰੇਗੀ। ਹੰਟਰ ਤੋਂ ਇਲਾਵਾ ਇਸ ਦੌੜ ਵਿੱਚ ਕਾਉਂਸਲਰ ਬ੍ਰੈਡ, ਕਾਉਂਸਲਰ ਜੋਸ਼, ਸਿਟੀ ਦੀ ਸਾਬਕਾ ਕਾਉਂਸਲਰ ਐਨਾ, ਸਾਬਕਾ ਪੁਲਿਸ ਚੀਫ ਮਾਰਕ ਸਾਂਡਰਸ ਤੇ ਜਿਲ ਪੈਨਾਲੋਸਾ ਸ਼ਾਮਲ ਹੋ ਚੁੱਕੇ ਨੇ। ਪਾਕਿਸਤਾਨ ਦੇ ਪੰਜਾਬ ਸੂਬੇ 'ਚ ਹਾਲ ਦੇ ਦਿਨਾਂ 'ਚ ਸਰਕਾਰੀ ਵੰਡ ਕੰਪਨੀ ਤੋਂ ਮੁਫਤ ਆਟਾ ਲੈਣ ਦੀ ਕੋਸ਼ਿਸ਼ ਵਿੱਚ ਔਰਤਾਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਅਸਮਾਨ ਛੂੰਹਦੀ ਮਹਿੰਗਾਈ ਤੋਂ ਰਾਹਤ ਦੇਣ ਦੇ ਲਈ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਪੰਜਾਬ ਸੂਬੇ 'ਚ ਗਰੀਬਾਂ ਲਈ ਮੁਫਤ ਆਟਾ ਯੋਜਨਾ ਸ਼ੁਰੂ ਕੀਤੇ ਜਾਣ ਤੋਂ ਬਾਅਦ ਸਰਕਾਰੀ ਵੰਡ ਕੇਂਦਰਾਂ ਤੇ ਕਈ ਲੋਕਾਂ ਦੀ ਮੌਤ ਦੀ ਸੂਚਨਾ ਮਿਲੀ ਹੈ। ਇਸ ਯੋਜਨਾ ਦਾ ਉਦੇਸ਼ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਦੀਆਂ ਵੱਧਦੀ ਪ੍ਰਸਿੱਧੀ ਨੂੰ ਘੱਟ ਕਰਨਾ ਹੈ। ਦੱਖਣੀ ਪੰਜਾਬ ਦੇ 4 ਜ਼ਿਲ੍ਹਿਆਂ ਸਾਹੀਵਾਲ, ਬਹਾਵਲਪੁਰ, ਮੁਜ਼ੱਫਰਪੁਰ ਤੇ ਓਕਾਰਾ 'ਚ ਮੁਫਤ ਆਟਾ ਕੇਂਦਰਾਂ 'ਚ ਮੰਗਲਵਾਰ ਨੂੰ 2 ਬਜ਼ੁਰਗ ਔਰਤਾਂ ਤੇ 1 ਮਰਦ ਦੀ ਮੌਤ ਹੋ ਗਈ, ਜਦਕਿ 60 ਹੋਰ ਜ਼ਖਮੀ ਹੋ ਗਏ। ਜਿਨ੍ਹਾਂ ਹੋਰ ਜ਼ਿਲ੍ਹਿਆਂ 'ਚ ਮੌਤ ਦੀ ਸੂਚਨਾ ਮਿਲੀ ਹੈ ਉਹਨਾਂ 'ਚ ਫੈਸਲਾਬਾਦ, ਜ਼ਹਾਰੀਆਂ ਤੇ ਮੁਲਤਾਨ ਸ਼ਾਮਲ ਨੇ। ਪੁਲਿਸ ਤੇ ਮੁਫਤ ਆਟਾ ਪਾਉਣ ਦੇ ਲਈ ਲੰਬੀਆਂ ਕਤਾਰਾਂ 'ਚ ਇੰਤਜ਼ਾਰ ਕਰ ਰਹੇ ਨਾਗਰਿਕਾਂ ਤੇ ਲਾਠੀਚਾਰਜ ਕਰਨ ਦਾ ਵੀ ਦੋਸ਼ ਹੈ। ਮੁਜ਼ੱਫਰਗੜ੍ਹ ਅਤੇ ਰਹੀਮ ਯਾਰ ਖਾਨ ਸ਼ਹਿਰਾਂ ਵਿੱਚ ਮੁਫਤ ਆਟੇ ਦੇ ਟਰੱਕ ਲੁੱਟੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਸਖਤ ਰੁਖ ਅਪਣਾਇਆ। ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਨਕਵੀ ਨੇ ਬੁੱਧਵਾਰ ਨੂੰ ਸੂਬੇ ਭਰ 'ਚ ਸਵੇਰੇ 6 ਵਜੇ ਮੁਫਤ ਆਟਾ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ ਤਾਂ ਜੋ ਲੋਕਾਂ ਦੀ ਭੀੜ ਅਤੇ ਅਸੁਵਿਧਾ ਨੂੰ ਘੱਟ ਕੀਤਾ ਜਾ ਸਕੇ।
ਰਾਜਧਾਨੀ 'ਚ ਵੀਰਵਾਰ ਦੇਰ ਰਾਤ ਮੀਂਹ ਅਤੇ ਹਨੇਰੀ ਕਾਰਨ ਦਿੱਲੀ ਹਵਾਈ ਅੱਡੇ ਤੋਂ ਕਰੀਬ 22 ਉਡਾਣਾਂ ਦਾ ਰੂਟ ਮੋੜਨਾ ਪਿਆ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਦਿੱਲੀ ਐਨਸੀਆਰ ਵਿੱਚ ਭਾਰੀ ਮੀਂਹ ਅਤੇ ਤੂਫਾਨ ਕਾਰਨ ਲਖਨਊ, ਦੇਹਰਾਦੂਨ ਅਤੇ ਚੰਡੀਗੜ੍ਹ ਦੇ ਵੱਖ-ਵੱਖ ਹਵਾਈ ਅੱਡਿਆਂ ਤੇ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਇਸ ਤੋਂ ਇਲਾਵਾ ਐਨਸੀਆਰ ਦੇ ਕਈ ਹਿੱਸਿਆਂ 'ਚ ਮੀਂਹ ਪੈਣ ਤੋਂ ਬਾਅਦ ਕਈ 에ਅਰਲਾਈਨਸ ਨੇ ਆਪਣੇ ਯਾਤਰੀਆਂ ਲਈ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ। 에ਅਰਲਾਈਨਸ ਨੇ ਯਾਤਰੀਆਂ ਨੂੰ ਹੋਰ ਘਟਨਾਵਾਂ ਬਾਰੇ ਅਪਡੇਟ ਰਹਿਣ ਦਾ ਸੁਝਾਅ ਦਿੱਤਾ ਹੈ। ਸਪਾਈਸ ਜੈਟ ਨੇ ਆਪਣੇ ਟਵਿੱਟਰ ਹੈਂਡਲ ਤੇ ਜਾਣਕਾਰੀ ਦਿੱਤੀ ਹੈ ਕਿ ਹਨੇਰੀ ਅਤੇ ਮੀਂਹ ਕਾਰਨ ਦਿੱਲੀ ਦੇ ਮੌਸਮ ਤੇ ਅਸਰ ਪੈਣ ਦੀ ਸੰਭਾਵਨਾ ਹੈ। ਅਜਿਹੇ 'ਚ ਜਹਾਜ਼ਾਂ ਦੀ ਰਵਾਨਗੀ ਅਤੇ ਆਉਣ ਵਾਲੀ ਉਡਾਣ ਪ੍ਰਭਾਵਿਤ ਹੋ ਸਕਦੀ ਹੈ। ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਫਲਾਈਟ ਦੀ ਸਥਿਤੀ ਦੀ ਜਾਂਚ ਕਰਦੇ ਰਹਿਣ। ਇੰਡੀਗੋ ਨੇ ਵੀ ਇਸੇ ਤਰ੍ਹਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਦਿੱਲੀ 'ਚ ਖਰਾਬ ਮੌਸਮ ਕਾਰਨ ਫਲਾਈਟਾਂ ਦੀ ਰਵਾਨਗੀ ਅਤੇ ਪਹੁੰਚਣ ਤੇ ਅਸਰ ਪੈਣ ਦੀ ਸੰਭਾਵਨਾ ਹੈ। ਕਿਰਪਾ ਕਰਕੇ ਆਪਣੀ ਉਡਾਣ ਸਥਿਤੀ ਦੀ ਜਾਂਚ ਕਰੋ। ਤੁਹਾਨੂੰ ਦੱਸ ਦਈਏ ਕਿ 29 ਮਾਰਚ ਨੂੰ ਵੀ ਸ਼ਾਮ ਨੂੰ ਅਚਾਨਕ ਹੋਈ ਬਾਰਿਸ਼ ਕਾਰਨ ਦਿੱਲੀ ਤੋਂ ਵੱਖ-ਵੱਖ ਥਾਵਾਂ ਲਈ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਅਗਲੇ 2 ਦਿਨਾਂ ਤੱਕ ਮੀਂਹ ਦੀ ਭਵਿੱਖਬਾਣੀ ਹੈ ਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਰਾਜਧਾਨੀ ਦਿੱਲੀ ਵਿੱਚ ਮਾਰਚ ਦੇ ਦੂਜੇ ਹਫ਼ਤੇ ਤੋਂ ਹੀ ਬਾਰਿਸ਼ ਦਾ ਸਿਲਸਿਲਾ ਜਾਰੀ ਹੈ। ਪਿਛਲੇ ਕੁਝ ਦਿਨਾਂ ਦੌਰਾਨ ਲਗਾਤਾਰ ਕਈ ਵਾਰ ਮੀਂਹ ਪਿਆ। IMD ਦੇ ਅਨੁਸਾਰ ਇਸ ਮਹੀਨੇ ਦੇ ਆਖਰੀ ਬਾਰਿਸ਼ 30 ਮਾਰਚ ਨੂੰ ਦਰਜ ਕੀਤੀ ਜਾਏਗੀ, ਪਰ ਮੌਸਮ ਦੇ ਰੁਝਾਨ ਕਾਰਨ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।